ਤੇ ਕੁਝ ਸਮੇਂ ਬਾਅਦ फ़ोन ऑन भी हो जाता वा। फिर ये ट्राई करते रहंदे आ, फिर फ़ोन नहीं लगदा उसदा। ਕਮ ਸੇ ਕਮ ਉਦੋਂ ਟਾਈਮ ਸੀ 9:15 ਦਾ। ਲੜਕੀ ਆਂਦੀ ਸੀ ਕਿ ਮੈਨੂੰ ਫੋਨ ਆਇਆ ਜਦੋਂ ਇੱਥੇ ਆਇਆ ਕਿ ਮੈਂ ਇੰਜਣ ਲਾਗੇ ਆ ਗਿਆ। ਥੋੜਾ ਦੂਰ ਪੈਂਦਾ ਨਾ, ਅਸੀਂ ਸੋਚਿਆ ਆਪੇ ਆਊਗਾ ਹੀ। ਹੁਣ ਸਾਨੂੰ ਇਹ ਜੇ ਇਹ ਪਤਾ ਹੁੰਦਾ ਤਾਂ ਹੀ ਅਸੀਂ ਘਰ ਕਾਲ ਕਰਦੇ ਜਾਂ ਪਤਾ ਹੁੰਦਾ ਕਿ ਇਹ ਕੰਮ ਹੋ ਗਿਆ। ਅਕੈਡਮੀ ਦੇ ਵਿੱਚ ਅਸੀਂ ਇਕੱਠੇ ਪੜ੍ਹਦੇ ਸੀ। ਹਾਂਜੀ 11th ਦੇ ਵਿੱਚ ਆਇਆ ਸੀ, 12th ਤੇ ਉਹਨੇ 11th ਤੇ 12th ਉੱਥੋਂ ਕੀਤੀ ਈਸ਼ਰ ਅਕੈਡਮੀ ਤੋਂ। ਹਾਂਜੀ ਉਹ ਲੜਕੀ ਵੀ ਉਸਦੇ ਨਾਲ ਪੜ੍ਹਦੀ ਸੀ, ਉੱਥੇ ਕਲਾਸਮੇਟ ਸੀ, ਸਾਰੇ ਫਰੈਂਡ ਸਰਕਲ ਸੀ। ਉਹ ਲੜਕੀ ਵੀ ਜੋ ਰਿਲੇਸ਼ਨ ਬਣਿਆ ਹਾਂਜੀ ਸਕੂਲ ਤੋਂ ਬਣਿਆ ਸੀ। ਬਹੁਤ ਵਧੀਆ ਸੀ। ਹਰ ਇੱਕ ਨਾਲ ਹੱਸ ਖੇਡ ਕੇ ਮਿਲਦਾ ਹੁੰਦਾ ਸੀ। ਬਹੁਤ ਵਧੀਆ। ਇਹ ਸਾਊ ਮੁੰਡਾ ਸੀ, ਕੁਛ ਦੇ ਵਿੱਚ ਗਲਤੀ ਨਹੀਂ ਸੀ। ਹਾਂਜੀ ਸਾਊ ਮੁੰਡਾ ਸੀ। ਉੱਥੇ ਕੋਈ ਤਾਰ ਹੈ ਹੀ ਨਹੀਂ ਸੀ ਕੋਈ ਕਰੰਟ ਤਾਰ ਵਾਲੀ। ਨਹੀਂ ਸੀ, ਕੋਈ ਕੁਛ ਨਹੀਂ। ਕੁੜੀ ਨੇ ਵੀ ਇਹ ਗੱਲ ਕਹੀ ਸੀ, ਅਸੀਂ ਕੁੜੀ ਨੂੰ ਵੀ ਪੁੱਛਿਆ ਸੀ ਰਾਤ ਕਿ ਤੁਹਾਡੇ ਪੈਲੀ 'ਚ ਕੋਈ ਕਰੰਟ ਵਗੈਰਾ ਤਾਂ ਨਹੀਂ ਛੱਡਿਆ। ਕੁੜੀ ਨੇ ਅੱਗੋਂ ਜਵਾਬ ਦਿੱਤਾ ਸਾਡੇ ਕਰੰਟ ਕੋਈ ਤੇ ਨਹੀਂ ਲੱਗਾ। ਬਾਕੀ ਜੇ ਉਹ ਆਂਦੇ ਆ ਵੀ ਤਾਰ ਲਾਈ ਵੀ ਆ ਤੇ ਤਾਰ ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਉਹਨਾਂ ਨੂੰ? ਉਹ ਵੀ ਏਸੀ ਕਰੰਟ ਦੀ, ਉਹ ਵੀ ਹਾਂਜੀ। ਸਿਰਫ ਦੋ ਹੀ ਨਿਸ਼ਾਨ ਨੇ ਤਾਰ ਦੇ, ਇੱਕ ਫਰੰਟ ਤੇ ਇੱਕ ਬੈਕ ਉਹ ਮੈਂ ਪੜ੍ਹੀ ਰਿਪੋਰਟ। ਬੈਕ ਚ ਆ। ਇਹ ਤੇ ਤੁਸੀਂ ਆਪ ਹਿਸਾਬ ਲਾਓ ਵੀ ਮਤਲਬ ਕਿ ਰੱਖ ਰਹੇ ਹੋ ਪੁਲਿਸ ਦਾ ਉਹਨਾਂ ਹਾਂਜੀ। ਤੋਂ ਕੱਲ ਕੁਛ ਸਾਡੇ ਬੰਦੇ ਸਰ ਗਏ ਸੀ ਕ੍ਰਾਈਮ ਬ੍ਰਾਂਚ ਦੇ ਉੱਥੇ ਦਫ਼ਤਰ 'ਚ, ਹਾਂ ਸਰ। ਕਿਤੇ ਨਾ ਕਿਤੇ ਤੇ ਪੈਸੇ ਦਾ ਪੱਲਾ ਭਾਰੀ ਆ ਜਿਹੜਾ ਕਿ ਸਾਨੂੰ ਆਪਣੇ ਹੱਕ ਲੈਣ ਵਾਸਤੇ ਪਬਲਿਕ ਸਰਾਣਾ ਪੈਣ ਡਿਆ। ਕਿਤੇ ਨਾ ਕਿਤੇ ਇਹ ਵੀ ਹੈ ਕਿ ਜੇ ਬੱਚੇ ਪੜ੍ਹਦੇ ਸੀ +1 +2 'ਚ ਤੇ ਜਾਂ ਤੇ ਉਹਦੇ ਮਾਪਿਓ ਨੂੰ ਜਾਂ ਚਾਚਿਆਂ ਨੂੰ ਜਾਂ ਜਿਹੜੇ ਵੀ ਰਿਸ਼ਤੇਦਾਰ ਨੇ ਉਹਨਾਂ ਨੂੰ ਕੋਈ ਸ਼ੱਕ ਹੋਏਗਾ, ਕਿਉਂਕਿ ਠੀਕ ਹੈ ਹੱਕ ਲੈਣ ਲਈ ਲੜਨਾ ਵੀ ਪੈਣਾ ਹੈ, ਝੜਨਾ ਵੀ ਪੈਣਾ ਹੈ ਤੇ ਅੜਨਾ ਵੀ ਪੈਣਾ ਹੈ। ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਯੂਪੀ ਦੇ ਪੀਲੀਭੀਤ ਏਰੀਏ ਦੇ ਪੂਰਨਪੁਰ ਪਿੰਡ ਦੇ ਉਸ ਨੌਜਵਾਨ ਹਰਚਰਨ ਸਿੰਘ ਦਾ ਮਾਮਲਾ, ਜਿਸ ਨੇ ਕਿ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਕਿਉਂਕਿ ਜੋ ਵੀ ਪੱਖ ਹੁਣ ਤੱਕ ਸਾਹਮਣੇ ਆਏ ਨੇ, ਜਿੱਥੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਬਾਪ ਦੇ ਸਹਾਏ ਤੋਂ ਮਹਿਰੂਮ, ਆਪਣੀ ਮਾਵਾਂ ਤੇ ਭੈਣਾਂ ਦੇ ਲਈ ਇੱਕ ਬਾਪ ਦਾ ਸਹਾਰਾ ਬਣ ਕੇ ਫਿਊਚਰ ਦੇ ਵਿੱਚ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਲੱਗਿਆ ਉਹ ਨੌਜਵਾਨ, ਜਿਸ ਦੇ ਆਈਲੈਟਸ ਦਾ ਪੇਪਰ ਵੀ ਨਜ਼ਦੀਕ ਸੀ। ਉਹਨਾਂ ਦੇ ਮਾਮਲੇ ਦੇ ਵਿੱਚ ਅੱਜ ਦੋਸਤੋ ਉਹਨਾਂ ਦੇ ਪਿੰਡ, ਉਹਨਾਂ ਦੇ ਘਰ ਪਹੁੰਚੇ ਆ, ਜਿੱਥੇ ਕਿ ਕੁਝ ਸੱਚ ਤੁਹਾਡੇ ਸਾਹਮਣੇ ਰੱਖਾਂਗੇ। ਸੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਕਰੀਬੀ ਪਿੰਡ ਵਾਸੀ ਸਾਰੇ ਬੈਠੇ ਨੇ ਤੇ ਗੱਲਬਾਤ ਕਰਦੇ ਆ, ਮਾਮਲੇ ਨੂੰ ਜਾਣਦੇ ਆ। ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਦੇ ਜੀਜਾ ਜੀ ਤੋਂ ਸ਼ੁਰੂਆਤ ਕਰਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋਇਆ ਸਾਹਮਣੇ, ਤੁਹਾਨੂੰ ਕਿਵੇਂ ਪਤਾ ਲੱਗਿਆ ਹਰਚਰਨ ਸਿੰਘ ਬਾਰੇ ਜੋ ਵੀ ਉਸ ਦਿਨ ਹੋਇਆ? ਸਰ ਮੈਨੂੰ ਸਵੇਰੇ 7:30 ਵਜੇ ਫ਼ੋਨ ਆਇਆ ਵੱਡੇ ਭਾਈ ਹੁਣਾਂ ਦਾ। ਉਹਨਾਂ ਨੇ ਦੱਸਿਆ ਕਿ ਰਾਤ ਦਾ ਹਰਚਰਨ ਨਹੀਂ ਲੱਭ ਰਿਹਾ। ਫਿਰ ਮੈਂ ਇੱਥੇ ਘਰੇ ਆਇਆ ਤੇ ਅਸੀਂ ਪੁੱਛ ਪੜਤਾਲ ਕੀਤੀ, ਇਹਨਾਂ ਤੋਂ ਜਾਣਕਾਰੀ ਲਈ। ਇਹਨਾਂ ਨੇ ਦੱਸਿਆ ਸੀ ਵੱਡੇ ਜੀਜਾ ਜੀ ਹੁਣਾਂ ਨੂੰ। ਤੇ ਉਸ ਤੋਂ ਬਾਅਦ ਅਸੀਂ ਚੌਂਕੀ ਵੀ ਗਏ, ਉੱਥੇ ਪਹੁੰਚੇ, ਉਹਨਾਂ ਨੇ ਦੱਸਿਆ ਕਿ ਤੁਸੀਂ ਗੱਲਬਾਤ ਕਰੋ। ਇਹਨਾਂ ਨੇ ਵੀ ਮਤਲਬ ਉੱਥੇ ਪਹੁੰਚ ਕੇ ਗੱਲਬਾਤ ਦੱਸੀ ਸਾਰੀ ਕਿ ਇੱਦਾਂ ਇੱਦਾਂ ਅਸੀਂ ਉੱਥੇ ਰਾਤ ਗਏ ਸੀਗੇ। ਤੇ ਬਾਅਦ 'ਚ ਉੱਥੇ ਸਾਨੂੰ ਮਤਲਬ ਉਹਨੇ ਤੇ ਹਰਚਰਨ ਨੇ ਕਿਹਾ ਸੀਗਾ ਕਿ ਇਹਨਾਂ ਨੇ ਜਦੋਂ ਉੱਥੇ ਛੱਡਿਆ ਇਹਨੂੰ, ਉਸ ਤੋਂ ਬਾਅਦ ਉਹਨੇ ਕਿਹਾ ਸੀ ਕਿ ਹਰਚਰਨ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਆ ਕੇ ਲੈ ਜਿਓ। ਕੁਛ ਸਮੇਂ ਬਾਅਦ ਇਹਦਾ ਹਰਚਰਨ ਇਹ ਕੋਸ਼ਿਸ਼ ਕਰਦੇ ਆ ਫ਼ੋਨ ਲਾਉਣ ਦੀ, ਫ਼ੋਨ ਆਫ ਹੁੰਦਾ ਵਾ। ਫ਼ੋਨ ਆਫ ਹੋਣ ਤੋਂ ਬਾਅਦ ਇਹ ਕੁਛ ਟਾਈਮ ਉਹਦਾ ਫ਼ੋਨ ਲਾਉਂਦੇ ਰਹਿੰਦੇ ਆ, ਫਿਰ ਨਹੀਂ ਔਨ ਹੁੰਦਾ। ਉਸ ਤੋਂ ਬਾਅਦ ਇਹ ਆਪਣੇ ਕਿਸੇ ਮਿੱਤਰ ਨੂੰ ਵੀ ਸੰਪਰਕ ਕਰਦੇ ਆ ਉਸ ਵਿੱਚ, ਤੇ ਕੁਛ ਸਮੇਂ ਬਾਅਦ ਫ਼ੋਨ ਔਨ ਵੀ ਹੋ ਜਾਂਦਾ ਵਾ। ਫਿਰ ਇਹ ਟਰਾਈ ਕਰਦੇ ਰਹਿੰਦੇ ਆ, ਫਿਰ ਫ਼ੋਨ ਨਹੀਂ ਲੱਗਦਾ ਉਸਦਾ। ਹਾਂਜੀ। ਸੋ ਦੋਸਤੋ, ਮੀਡੀਆ ਦੀ ਜਿਵੇਂ ਡਿਊਟੀ ਹਰ ਇੱਕ ਪੱਖ ਸਾਹਮਣੇ ਲੈ ਕੇ ਆਉਣਾ, ਜਿਵੇਂ ਕਿ ਕੁਝ ਕੁੜੀ ਵਾਲਿਆਂ ਵੱਲੋਂ ਰੱਖਿਆ ਗਿਆ ਸੀ ਕਿ ਮੁੰਡੇ ਦਾ ਐਕਸੀਡੈਂਟ ਹੋਇਆ, ਤਾਰ ਸਿਕਿਉਰਿਟੀ ਪਰਪਸ ਦੇ ਲਈ ਲਗਾਈ ਗਈ ਸੀ, ਉਹਦੇ ਵਿੱਚ ਕਰੰਟ ਲੱਗ ਗਿਆ। ਪਰ ਉੱਥੇ ਜਿਵੇਂ ਕੁਝ ਅਜਿਹੇ ਖੁਲਾਸੇ ਸਾਹਮਣੇ ਆਉਂਦੇ ਨੇ, ਮੁੰਡਾ ਉੱਥੇ ਪਹੁੰਚਦਾ, ਜੋ ਸਪੌਟ ਤੇ ਪਹੁੰਚਦਾ, ਉੱਥੇ ਜਾ ਕੇ ਜੇਕਰ ਐਕਸੀਡੈਂਟ ਵੀ ਹੁੰਦਾ ਉਸਦਾ ਮੋਬਾਈਲ ਸਵਿਚ ਆਫ ਹੋ ਜਾਂਦਾ। ਜਦ ਕਿ ਅੱਜ ਦੇ ਜੋ ਮੋਬਾਈਲ ਅੱਜ ਕੱਲ੍ਹ ਚੱਲਦੇ ਨੇ ਸਾਰਿਆਂ ਦੀ ਬੈਟਰੀ ਫਿਕਸ ਹੁੰਦੀ ਆ। ਇਹ ਕੋਈ ਕਾਰਨ ਨਹੀਂ ਬਣਦਾ ਵੀ ਮੁੰਡਾ ਗਿਰਿਆ ਥੱਲੇ, ਬੈਟਰੀ ਨਿਕਲ ਗਈ, ਬੰਦ ਹੋ ਗਿਆ ਫ਼ੋਨ। ਚਲੋ ਜੇ ਇਸ ਤਰ੍ਹਾਂ ਦਾ ਵੀ ਉਹਦੇ ਕੋਲ ਫ਼ੋਨ ਸੀਗਾ, ਗਿਰ ਕੇ ਬੰਦ ਹੋ ਗਿਆ, ਤਾਂ ਦੁਬਾਰੇ ਫਿਰ ਔਨ ਕਿਵੇਂ ਹੋਇਆ? ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਤੇ ਉੱਥੇ ਹੀ ਹੁਣ ਉਹ ਨੌਜਵਾਨ ਵੀ ਨਾਲ ਨੇ ਜਿਹੜੇ ਕਿ ਉਸ ਦਿਨ ਮੁੰਡੇ ਦੇ ਨਾਲ ਸੀਗੇ। ਤੁਸੀਂ ਦੋਨੋਂ ਸੀਗੇ? ਹਾਂਜੀ ਵੀਰ ਜੀ, ਆ ਮੈਨੂੰ ਇੱਥੋਂ ਆਏ ਸੀ ਇਹ ਦੋਵੇਂ, ਇੱਥੋਂ ਘਰੋਂ ਮਨਹਰੀਏ ਤੋਂ। ਮੇਰਾ ਅਰਜਨਪੁਰ ਪਿੰਡ ਘਰ ਬਣ ਰਿਹਾ ਉੱਥੇ। ਤੇ ਉੱਥੋਂ ਇਹ ਦੋਵੇਂ ਆਏ ਤੇ ਉਹ ਕਹਿੰਦੇ ਸੀ ਇਸ ਕਰਕੇ ਅਸੀਂ ਜਾਣਾ, ਸਾਨੂੰ ਛੱਡ ਆ ਨਾਲ। ਤੇ ਇਹਨਾਂ ਦੇ ਮੈਂ ਫਿਰ ਨਾਲ ਚਲੇ ਗਏ। ਕਿੰਨੇ ਕੁ ਵਜੇ ਦਾ ਸਮਾਂ ਸੀ? ਤਰੀਕ ਕੀ ਸੀ ਪੂਰਾ ਦੱਸ ਦਿਓ। ਤਰੀਕ 8 ਤਰੀਕ ਸੀ ਤੇ ਰਾਤ ਦਾ ਟਾਈਮ ਸੀ ਕਮ ਸੇ ਕਮ 8:30 ਦਾ। 8:30 ਤੋਂ ਅਸੀਂ ਉੱਥੋਂ ਤੁਰ ਪਏ ਅਰਜਨਪੁਰੋਂ, ਤੇ ਮੁੜ ਕੇ ਉਹਨੂੰ ਅਸੀਂ ਚਲੇ ਗਏ ਛੱਡਣ। ਤੇ ਉਹਨਾਂ ਦੀ ਇੱਕ ਵੱਟ ਜਾਂਦੀ ਉਹਨਾਂ ਦੇ ਘਰ ਨੂੰ, ਇੱਕ ਸਿੱਧੀ। ਤੇ ਉੱਥੇ ਵੱਟ ਤੇ ਅਸੀਂ ਉਹ ਚੱਲਦੀ ਮੋਟਰਸਾਈਕਲ ਤੋਂ ਉਤਰ ਗਿਆ, ਹੌਲੀ ਸਲੋਅ ਕੀਤੀ ਮੋਟਰਸਾਈਕਲ
ਚੱਲਦੀ ਮੋਟਰਸਾਈਕਲ ਤੋਂ ਉਹ ਪਿੱਛੋਂ ਉਤਰ ਗਿਆ। ਕਮ ਸੇ ਕਮ ਉਦੋਂ ਟਾਈਮ ਸੀ 9:15 ਦਾ। ਟਾਈਮ ਦੇਖਿਆ ਸੀ ਉਸਨੇ, ਜਿੱਦਾਂ ਟਾਈਮ ਉਹਨੇ ਦਿੱਤਾ ਸੀਗਾ ਉੱਦਾਂ ਹੀ ਉਹਨੇ ਟਾਈਮ ਸਾਨੂੰ ਦੱਸਿਆ ਕਿ 9:15 ਹੋ ਗਏ, ਹੁਣ ਮੈਨੂੰ ਉਤਾਰ ਦਿਓ ਤੁਸੀਂ। ਅਤੇ ਉਹ ਚੱਲਦੀ ਮੋਟਰਸਾਈਕਲ ਤੋਂ ਉਤਰ ਗਿਆ। ਫਿਰ ਅਸੀਂ ਤੁਰੰਤ ਉਹਨੇ ਸਾਨੂੰ ਕਿਹਾ ਸੀ ਤੁਸੀਂ ਇੱਥੇ ਨਾ ਖਲੋਇਓ, ਘਰੇ ਚਲੇ ਜਿਓ। ਅਸੀਂ ਫਿਰ ਅਰਜਨਪੁਰ ਵਾਪਸ ਆ ਗਏ। ਫਿਰ ਮੈਂ ਇਸ ਮੁੰਡੇ ਨੂੰ ਕਿਹਾ ਜਿਹੜਾ ਨਾਲ ਆਇਆ ਸੀ ਮਨਰੀਏ ਤੋਂ, ਉਸਦੇ ਮੈਂ ਉਹਨੂੰ ਕਿਹਾ ਇੱਕ ਵਾਰ ਕਾਲ ਲਾ ਕੇ ਦੇਖ ਪਹੁੰਚਾ ਕਿ ਨਹੀਂ ਪਹੁੰਚਾ। ਅਤੇ ਉਹਦਾ ਕਾਲ ਲਾਇਆ, ਫੋਨ ਸੁੱਚ ਆਫ ਆਇਆ। ਸਾਡੇ ਤੋਂ ਕਮ ਸੇ ਕਮ ਅਰਜਨਪੁਰ ਤੋਂ 10-15 ਕਿਲੋਮੀਟਰ ਦੂਰ ਪੈ ਜਾਂਦਾ ਆ, ਅਤੇ ਟਾਈਮ ਲੱਗਾ ਹੋਊਗਾ ਅੱਧਾ ਘੰਟਾ ਜਾਂ 20-25 ਮਿੰਟ ਜਾਣ ਲੱਗਿਆ ਵੀ। ਉਸ ਤੋਂ ਬਾਅਦ ਮੈਂ ਇਸ ਨੂੰ ਕਿਹਾ, ਉੱਥੇ ਪਹੁੰਚ ਕੇ ਫਿਰ ਇਸ ਨੂੰ ਮੈਂ ਕਿਹਾ ਕਿ ਕਾਲ ਲਾ ਉਹਨੂੰ। ਉਹਦਾ ਫੋਨ ਸੁੱਚ ਆਫ ਆਇਆ। ਅਤੇ ਫਿਰ ਮੈਂ ਇਸ ਨੂੰ ਕਿਹਾ ਕਿ ਉਹਦਾ ਲੜਕੀ ਦਾ ਨੰਬਰ ਹੈ ਜਿਹਦੇ ਨਾਲ ਉਹ ਗੱਲ ਕਰਦਾ, ਅਤੇ ਕਹਿੰਦਾ ਮੇਰੇ ਤੋਂ ਨਹੀਂ ਹੈਗਾ। ਮੈਂ ਕਿਹਾ ਉਹਦਾ ਇੱਕ ਦੋਸਤ ਹੋਰ ਆ, ਉਹਦਾ ਨਾਮ ਵੀ ਲਵਪ੍ਰੀਤ ਆ। ਉਹ ਇਸ ਟਾਈਮ ਉਹ ਘਾਟਮਪੁਰ ਤੋਂ ਆ ਸ਼ਾਇਦ, ਕਾਲੇ ਇੱਥੋਂ ਨਹੀਂ ਬਾਬਾ ਅੱਛਾ ਹਾਂਜੀ। ਅਤੇ ਲੇਕਿਨ ਉਹਨੇ ਰਿਚਾਰਜ ਵਗੈਰਾ ਕਿਤੇ ਕੀਤਾ ਸੀ ਪਹਿਲੋਂ ਉਸ ਕੁੜੀ ਦੇ ਨੰਬਰ 'ਤੇ, ਅਤੇ ਉਹਨੇ ਫਿਰ ਨੰਬਰ ਦਿੱਤਾ ਸਾਨੂੰ। ਅਤੇ ਇਸ ਨੇ ਨੰਬਰ ਆਪਣੇ ਫ਼ੋਨ ਤੋਂ ਲਾਇਆ ਕਿ ਉਹਨੂੰ, ਉਹ ਅੱਗੋਂ ਡਾਇਰੈਕਟ ਬੋਲੀ ਕਿ ਉਹਨੇ ਕਾਲ ਚੁੱਕੀ, ਅਤੇ ਉਹਨੇ ਇਹ ਨਹੀਂ ਪੁੱਛਿਆ ਤੁਸੀਂ ਕੌਣ ਕਿੱਥੋਂ। ਕੁੜੀ ਤੁਰੰਤ ਆਂਦੀ ਕਿ ਚੰਨ ਨਹੀਂ ਆਇਆ। ਚੰਨ ਕਿਉਂ ਨਹੀਂ ਆਇਆ? ਅਤੇ ਅਸੀਂ ਚੱਕਰਾਂ 'ਚ ਪੈ ਗਏ। ਫਿਰ ਅਸੀਂ ਕਿਹਾ ਚੰਨ ਨੂੰ, ਅਤੇ ਅਸੀਂ ਛੱਡ ਕੇ ਵਾਪਸ ਵੀ ਆ ਗਏ ਹਾਂ। ਮਤਲਬ ਕੋਈ ਕੋਡ ਵਰਡ ਸੀਗਾ, ਕੋਈ ਨਿਕਨੇਮ? ਨਿਕਨੇਮ ਸੀ ਉਹਦਾ, ਚੰਨ, ਹਰਚਰਨ ਸੀ ਉਹਦਾ ਨਾਮ, ਚੰਨ ਹਾਂਜੀ। ਅਤੇ ਲੇਕਿਨ ਮੁੜ ਕੇ ਫਿਰ ਅਸੀਂ ਉਹਨੂੰ ਕਾਲ ਲਾਈ, ਫਿਰ ਉਸ ਤੋਂ ਬਾਅਦ ਸੁੱਚ ਆਫ ਭੁੱਲ ਗਿਆ। ਹੁਣ ਪਤਾ ਨਹੀਂ ਕਿੰਨਾ ਚਿਰ ਫੋਨ ਸੁੱਚ ਆਫ ਹੋਇਆ, ਜਾਂ ਤਾਂ ਜਾਂਦਿਆਂ ਹੀ ਹੋ ਗਿਆ ਸੁੱਚ ਆਫ। ਅਤੇ ਫਿਰ ਅਸੀਂ ਫੋਨ ਲਾਇਆ ਅਤੇ ਸੁੱਚ ਆਫ ਆਇਆ। ਫਿਰ ਅਸੀਂ ਇੱਕ ਮਿੰਟ ਇੱਥੇ ਰੋਕਾਂਗਾ, ਕਿਉਂਕਿ ਜੇਕਰ ਆਪਾਂ ਸੱਚਾਈ ਜਾਣਨੀ ਆ, ਫਰੈਂਕ ਹੋ ਕੇ ਆਪਾਂ ਨੂੰ ਗੱਲਬਾਤ ਕਰਨੀ ਪੈਣੀ ਹੈ ਨਾ ਜੀ। ਕੋਈ ਇਹਦੇ ਵਿੱਚ ਸ਼ਰਮਿੰਦਗੀ ਵਾਲੀ ਗੱਲ ਨਹੀਂ, ਕਿਉਂਕਿ ਇੱਕ ਬਹੁਤ ਵੱਡਾ ਮਸਲਾ ਜਿਹਦੀ ਸੱਚਾਈ ਸਾਹਮਣੇ ਆਉਣੀ ਜ਼ਰੂਰੀ ਆ। ਆਮ ਤੌਰ 'ਤੇ ਜਿਵੇਂ ਕਹਿ ਸਕਦੇ ਨੇ ਵੀ ਚੋਰੀਆਂ ਜਾਰੀਆਂ ਰਾਤਾਂ ਵਾਲਿਆਂ ਦਾ ਕੰਮ ਹੁੰਦਾ, ਠੀਕ ਹੈ ਜੀ। ਤੁਸੀਂ 8 ਵਜੇ ਸ਼ਾਮੀ ਗਏ ਹੋ, ਕਿਹਦਾ ਕੋਈ ਆਈਡੀਆ ਸੀ, ਤੁਹਾਨੂੰ ਪਤਾ ਸੀ? ਕਿਉਂਕਿ 8 ਵਜੇ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਜਾਗਦੇ ਹੁੰਦੇ ਨੇ ਨਹੀਂ, ਸਾਰੇ। ਇਹ ਤਾਂ ਹੁਣ ਉਸ ਨੂੰ ਪਤਾ ਹੋਊਗਾ, ਜਿੱਦਾਂ ਉਹ ਲੜਕੀ ਨੇ ਟਾਈਮ ਦਿੱਤਾ ਹੋਊਗਾ ਉਸ ਟਾਈਮ ਦੇ ਨਾਲ ਉਹ ਸਾਨੂੰ ਲੈ ਕੇ ਗਿਆ। ਉਹ ਤਾਂ ਹੁਣ ਹਰਚਰਨ ਸਿੰਘ ਨੂੰ ਹੀ ਪਤਾ ਹੋਊਗਾ। ਉਹਨੇ ਸਾਨੂੰ ਤੇ ਤੁਸੀਂ 8 ਜਾਂ 8:30 ਦੇ ਵਿੱਚ ਉੱਥੇ ਛੱਡਿਆ? ਉਹਨੂੰ ਅਸੀਂ 9:15 ਦੇ ਕਰੀਬ ਪਹੁੰਚ ਗਏ। ਟਾਈਮ ਲੱਗਦਾ ਸੀ ਅਰਜਨਪੁਰ ਤੋਂ 10-15 ਕਿਲੋਮੀਟਰ ਹੈਗਾ ਆ ਕੇਸਰਪੁਰ। ਤੇ ਉਹ ਤੋਂ ਬਾਅਦ ਚ ਕਿੰਨੇ ਕ ਟਾਈਮ ਬਾਅਦ ਤੁਹਾਡੇ ਮਤਲਬ ਦਿਮਾਗ 'ਚ ਆਇਆ ਵੀ ਦੁਬਾਰੇ ਕਾਲ ਤੁਰੰਤ ਕਰਕੇ? ਉਹ ਤੋਂ ਜਦੋਂ ਛੱਡ ਕੇ 25 ਮਿੰਟ ਲੱਗੇ ਹੋਣਗੇ ਆਉਂਦਿਆਂ ਨੂੰ, 20-25 ਮਿੰਟ। 20-25 ਮਿੰਟਾਂ ਬਾਅਦ ਅਸੀਂ ਕਾਲ ਬੈਕ ਕੀਤੀ ਅਤੇ ਉਹਦਾ ਫੋਨ ਸੁੱਚ ਆਫ ਆਇਆ। ਫਿਰ ਅਸੀਂ ਲੜਕੀ ਦਾ ਨੰਬਰ ਲਾਇਆ ਅਤੇ ਲੜਕੀ ਆਂਦੀ ਮੇਰੇ ਕੋਲ ਨਹੀਂ ਆਇਆ। ਅਤੇ ਲੜਕੀ ਆਂਦੀ ਸੀ ਕਿ ਤੁਸੀਂ ਇੱਥੇ ਆਣ ਕੇ ਲੱਭੋ ਝੋਨੇ ਦੇ ਵਿੱਚ। ਫਿਰ ਅਸੀਂ ਉਹਦਾ ਤੁਸੀਂ ਉੱਥੇ ਕੁਐਸਚਨ ਨਹੀਂ ਕੀਤਾ? ਮੇਰੇ ਖਿਆਲ 'ਚ ਇੱਕ ਕਾਲ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਸ਼ਾਇਦ ਗੱਲਬਾਤ ਦੀ, ਤੇ ਉਹ ਤੋਂ ਬਿਨਾਂ ਕੋਈ ਕੁਐਸਚਨ ਨਹੀਂ ਕੀਤਾ ਗਿਆ ਕਿ ਝੋਨੇ 'ਚ ਲੱਭੋ, ਮਤਲਬ ਕੀ, ਮਤਲਬ ਕੋਈ ਲੌਜੀਕ ਬਣਦਾ? ਲੜਕੀ ਆਂਦੀ ਸੀ ਕਿ ਮੈਨੂੰ ਫੋਨ ਆਇਆ ਜਦੋਂ ਇੱਥੇ ਆਇਆ ਕਿ ਮੈਂ ਇੰਜਣ ਲਾਗੇ ਆ ਗਿਆ। ਅੱਛਾ ਜੀ। ਇੰਜਣ ਤੋਂ ਗਾਂਹ ਨਹੀਂ ਕਹਿੰਦੀ ਆਇਆ, ਤੇ ਕਿ ਉਹਦਾ ਇਹ ਮਤਲਬ ਕਿ ਤੁਸੀਂ ਜਿੱਥੋਂ ਉਹਨੇ ਕਿਹਾ ਸੀ ਕਿ ਤੁਸੀਂ ਇੰਜਣ ਲਾਗੇ ਜਾ ਕੇ ਵੇਖੋ ਉੱਥੇ ਝੋਨਾ ਆ, ਉੱਥੇ ਜਾ ਕੇ ਖੋਲ੍ਹੋ। ਅਸੀਂ ਫਿਰ ਤੁਰੰਤ 15-20 ਮਿੰਟਾਂ ਬਾਅਦ ਅਸੀਂ ਫਿਰ ਵਾਪਸ ਹੋ ਗਏ। ਅਸੀਂ ਕਮ ਸੇ ਕਮ ਉਹਨੂੰ 2-2.5 ਘੰਟੇ ਉਹਦੀ ਵੇਟ ਕਰਦੇ ਰਹੇ ਸੀਗਾ, ਕਿਤੇ ਜੰਗਲ ਵੱਲ ਨਾ ਚਲੇ ਗਿਆ ਹੋਏ ਡਰਦਾ ਮਾਰਾ। ਕਾਲ ਲੱਗੀ ਜਾ ਰਹੀ ਸੀ, ਫਿਰ ਫੋਨ ਸੁੱਚ ਆਫ ਸੀ ਪਹਿਲੋਂ, ਫਿਰ ਕਾਲ ਔਨ ਹੋ ਗਿਆ ਫੋਨ। ਫਿਰ ਸਾਨੂੰ ਡਾਊਟ ਹੋ ਗਿਆ ਕਿ ਜੰਗਲ ਵੱਲ ਨਹੀਂ ਜਾਂ ਤਾਂ ਇਹਨਾਂ ਨੇ ਫੜ ਲਿਆ। ਫਿਰ ਅਸੀਂ ਲੜਕੀ ਨੂੰ ਵੀ ਕਿਹਾ ਕਿ ਜੇ ਤੂੰ ਫੜਿਆ ਇੱਕ ਵਾਰ ਸਾਨੂੰ ਦੱਸ ਦੇ। ਅਤੇ ਲੜਕੀ ਆਂਦੀ ਮੇਰੇ ਭਰਾ ਦੀ ਸੌ ਮੈਨੂੰ ਸਭ, ਇੱਥੇ ਆਇਆ ਹੀ ਨਹੀਂ, ਉਹ ਇੰਜਣ ਲਾਗੋਂ ਹੀ ਗਾਇਬ ਆ। ਅਤੇ ਲੜਕੀ ਆਂਦੀ ਮੈਂ ਇੰਜਣ ਲਾਗੇ ਵੇਖ ਕੇ ਆਏ ਸੀ। ਕਿਹਾ ਤੂੰ ਜਾ। ਆਂਦੀ ਅਸੀਂ ਵੇਖ ਕੇ ਆਈ ਹਾਂ। ਅਤੇ ਅਸੀਂ ਫਿਰ ਸੜਕ 'ਤੇ ਰਹੇ, ਨੀਚੇ ਨਹੀਂ ਉਤਰੇ ਝੋਨੇ ਵਿੱਚ। ਸਾਨੂੰ ਇਹ ਡਾਊਟ ਸੀ ਕਿ ਪਤਾ ਕਿੰਨੇ ਜਾਣੇ ਇੱਥੇ ਆਣ ਕੇ ਬੈਠੇ ਹੋਣ, ਜਿਹੜਾ ਅਸੀਂ ਜਾਈਏ ਉਹਨਾਂ ਦੀ ਪੈਲੀ ਵਿੱਚ, ਸਾਨੂੰ ਵੀ ਫੜ ਸਕਦੇ ਸੀ ਉਹ। ਅਤੇ ਅਸੀਂ ਉਹਨੂੰ ਲੱਭਦੇ ਰਹੇ। ਫਿਰ ਅਸੀਂ 2-2.5 ਘੰਟੇ ਵੇਟ ਕੀਤੀ। ਫਿਰ ਅਸੀਂ ਘਰ ਆ ਗਏ ਵਾਪਸ। ਫਿਰ 3 ਕੁ ਵੱਜ ਗਏ, ਅਤੇ ਫਿਰ ਅਸੀਂ ਕਿਹਾ ਕੀ ਪਤਾ ਭੱਜ ਗਏ, ਥੋੜ੍ਹਾ ਦੂਰ ਪੈਂਦਾ ਨਾ, ਅਸੀਂ ਸੋਚਿਆ ਆਪੇ ਆਊਗਾ ਹੀ। ਹੁਣ ਸਾਨੂੰ ਜੇ ਇਹ ਪਤਾ ਹੁੰਦਾ ਤਾਂ ਹੀ ਅਸੀਂ ਘਰ ਕਾਲ ਕਰਦੇ, ਜਾਂ ਪਤਾ ਹੁੰਦਾ ਕਿ ਇਹ ਕੰਮ ਹੋ ਗਿਆ। ਸਾਨੂੰ ਕੁਛ ਪਤਾ ਹੀ ਨਹੀਂ ਇਸ ਬਾਰੇ। ਕੁੜੀ ਨਾਲ ਗੱਲਬਾਤ ਹੋਈ, ਤੁਸੀਂ ਗੱਲਬਾਤ ਕਰ ਰਹੇ ਸੀ? ਨਹੀਂ ਜੀ, ਇਹ ਕਰ ਰਿਹਾ ਸੀ, ਦੂਜਾ ਮੁੰਡਾ ਕਰ ਰਿਹਾ ਸੀ, ਇਹ ਮੇਰੇ ਨਾਲ ਹੀ ਸੀ ਉਦੋਂ। ਤੁਸੀਂ ਉਸ ਦਿਨ ਨਾਲ ਸੀਗੇ ਜਦੋਂ ਕੁੜੀ ਨਾਲ ਗੱਲਬਾਤ ਕੀਤੀ? ਹਾਂਜੀ ਹਾਂਜੀ, ਕੁੜੀ ਨਾਲ ਗੱਲਬਾਤ ਕਰ ਹੈ? ਮੈਂ ਤੇ ਇਹ ਦੋਵੇਂ ਇਕੱਠੇ ਸੀਗੇ ਜਦੋਂ ਕੁੜੀ ਨਹੀਂ, ਕੁੜੀ ਨਾਲ ਗੱਲ ਤੁਸੀਂ ਕੀਤੀ ਹੈ ਨਾ? ਹਾਂਜੀ ਮੈਂ ਉਹਨਾਂ ਨੇ ਤਾਂ ਕੀਤੀ ਨਹੀਂ ਹੈਗੀ। ਕਿੰਨਾ ਨੇ ਹਰਚਰਨ ਮੁੰਡੇ ਨਹੀਂ, ਇਹਨਾਂ ਨੇ ਨਹੀਂ ਕੀਤੀ। ਤੇ ਤੁਸੀਂ ਕੁੜੀ ਨਾਲ ਗੱਲ ਕੀਤੀ ਆ? ਕੋਈ ਸ਼ੱਕ ਹੋਇਆ, ਕੋਈ ਡਾਊਟ ਕਿਸੇ ਗੱਲ ਤੇ ਕੁੜੀ ਨੂੰ? ਨਹੀਂ, ਡਾਊਟ ਤੇ ਦੇਖੋ ਜੀ ਇਹੋ ਹੀ ਕਿ ਉਹ ਕਹਿ ਰਹੀ ਸੀ ਕਿ ਪਹਿਲਾਂ ਤਾਂ ਉਹਨੇ ਦੱਸਿਆ ਨਹੀਂ। ਪਹਿਲਾਂ ਤਾਂ ਉਹਨੇ ਸਿੱਧਾ ਕਿਹਾ ਕਿ ਮਤਲਬ ਹਰਚਰਨ ਮੇਰੇ ਕੋਲ ਆਇਆ ਹੀ ਨਹੀਂਗਾ, ਠੀਕ ਆ। ਬਾਅਦ 'ਚ ਉਹਨੇ ਦੁਬਾਰਾ ਜਦੋਂ ਗੱਲ ਹੋਈ ਉਹਨੇ ਇਹ ਆਖਿਆ ਕਿ ਮਤਲਬ ਇੰਜਣ ਤੱਕ ਆਇਆ ਸੀ, ਉਹਦੀ ਕਾਲ ਆਈ ਸੀ, ਇੰਜਣ ਤੱਕ ਆ ਗਿਆ ਮੈਂ, ਅਤੇ ਅੱਗੋਂ ਮੈਂ ਕਹਿ ਦਿੱਤਾ ਕਿ ਚਲੋ ਠੀਕ ਹੈ ਮੈਂ ਬਾਹਰ ਖਲੋਨੀ ਆ, ਤੂੰ ਆ ਜਾ। ਉਸ ਤੋਂ ਬਾਅਦ 'ਚ ਉਹਦਾ ਫ਼ੋਨ ਵੀ ਆਫ ਹੋ ਗਿਆ ਅਤੇ ਉਹ ਵੀ ਨਹੀਂ ਆਇਆ।
ਇੱਥੋਂ ਥੋੜਾ ਸਾਨੂੰ ਡਾਊਟ ਹੋ ਗਿਆ ਸੀ। ਬਾਕੀ ਫਿਰ ਬਾਰ-ਬਾਰ ਕਹਿ ਰਹੀ ਸੀ ਕਿ ਝੋਨੇ 'ਚ ਆਣ ਕੇ ਲੱਭੋ, ਤੁਸੀਂ ਝੋਨੇ 'ਚ ਆ ਕੇ। ਮੈਂ ਇਹ ਵੀ ਕਿਹਾ, ਮੈਂ ਕਿਹਾ ਤੇਰੇ ਘਰ ਦੇ ਸੁੱਤੇ, ਕਹਿੰਦੀ ਸੁੱਤੇ। ਤੇ ਮੈਂ ਕਿਹਾ ਤੂੰ ਵੇਖਿਆ, ਸਾਨੂੰ ਤਾਂ ਟਾਈਮ ਲੱਗਣਾ ਆਉਂਦਿਆਂ ਹਜੇ ਅਰਜਨਪੁਰੋਂ, ਤੇ ਤੂੰ ਵੇਖਿਆ, ਪਤਾ ਨਹੀਂ ਹੁਣ ਵੇਖਿਆ ਕਿ ਨਹੀਂ ਵੇਖਿਆ ਉਹਨੇ। ਉਹ ਕਹਿੰਦੀ ਕਿ ਮੈਂ ਵੇਖ ਆਈ ਹਾਂ, ਮੈਨੂੰ ਕੋਈ ਨਹੀਂ ਮਿਲਿਆ ਉੱਥੇ। ਇਸ ਕਰਕੇ ਅਸੀਂ ਆਏ, ਉੱਥੇ ਲੱਭਦੇ ਰਹੇ, ਲੇਕਿਨ ਅਸੀਂ ਝੋਨੇ 'ਚ ਨਹੀਂ ਗਏ, ਡਰਦੇ ਕਿ ਸ਼ਾਇਦ ਉਹਨਾਂ ਨੇ ਕੋਈ ਸਾਜ਼ਿਸ਼ ਰਚੀ ਹੋਵੇ। ਇੱਕ ਇੱਥੇ ਕੁਐਸਚਨ ਪੁੱਛੂੰਗਾ, ਤੁਹਾਡੀ ਹਰਚਰਨ ਦੇ ਨਾਲ ਫਰੈਂਡਸ਼ਿਪ ਕਿਵੇਂ ਸੀਗੀ? ਮੇਰਾ ਕਲਾਸਮੇਟ ਸੀ ਈਸ਼ਰ ਅਕੈਡਮੀ ਦੇ ਵਿੱਚ, ਅਸੀਂ ਇਕੱਠੇ ਪੜ੍ਹਦੇ ਸੀ। ਹਾਂਜੀ 11th ਦੇ ਵਿੱਚ ਆਇਆ ਸੀ, 12th ਤੇ ਉਹਨੇ 11th ਤੇ 12th ਉੱਥੋਂ ਕੀਤੀ ਈਸ਼ਰ ਅਕੈਡਮੀ ਤੋਂ। ਤੁਸੀਂ ਇਕੱਠਿਆਂ ਨੇ ਕੀਤੀ? ਹਾਂਜੀ, ਉਹ ਲੜਕੀ ਵੀ ਉਸ ਦੇ ਨਾਲ ਪੜ੍ਹਦੀ ਸੀ ਉੱਥੇ, ਕਲਾਸਮੇਟ ਸੀ, ਸਾਰੇ ਫਰੈਂਡ ਸਰਕਲ ਸੀ। ਉਹ ਲੜਕੀ ਵੀ ਮਤਲਬ ਜੋ ਰਿਲੇਸ਼ਨ ਬਣਿਆ ਹਾਂਜੀ ਉੱਥੇ ਹੀ ਸਕੂਲ ਬਣਿਆ? ਤੋਂ ਬਣਿਆ ਸੀ। ਹਾਂਜੀ। ਤੇ ਤੁਹਾਡਾ ਕਿਵੇਂ ਸੀ ਹਰਚਰਨ ਜੀ ਨਾਲ? ਮੇਰਾ ਬਸ ਪਿੰਡ ਪੱਖੋਂ ਗੁਆਂਢੀ ਹੋਣ ਦੇ ਚੱਕਰ 'ਚ ਦੋਸਤੀ ਦਾ ਰਿਲੇਸ਼ਨ ਸੀਗਾ, ਹੋਰ ਨਹੀਂ ਕੋਈ। ਮਤਲਬ ਪਿੰਡ ਦੇ ਗਵਾਂਢ ਦੇ ਵਿੱਚ ਘਰ? ਹਾਂਜੀ ਹਾਂਜੀ, ਮੇਰਾ ਪਿੱਛੇ ਘਰ ਹੈ। ਤੁਸੀਂ ਮਤਲਬ ਇੱਕ ਗਵਾਂਢੀ ਹੋਣ ਦੇ ਨਾਤੇ ਇੰਨਾ ਵੱਡਾ ਰਿਸਕ ਕਿਵੇਂ ਲੈ ਲਿਆ? ਭਾਜੀ ਮੇਰੇ ਨਾਲ ਹੀ ਰਹਿੰਦਾ ਸੀਗਾ, ਉਹ ਕਾਫੀ ਕਲੋਜ਼ ਸੀਗਾ ਮੇਰੇ। ਹਰ ਮਤਲਬ ਕਿ ਕਿਤੇ ਵੀ ਉਹਨੇ ਜਾਣਾ ਤੇ ਜ਼ਿਆਦਾਤਰ ਮੈਨੂੰ ਹੀ ਲੈ ਕੇ ਜਾਂਦਾ ਹੁੰਦਾ ਸੀਗਾ। ਇਸ ਕਰਕੇ ਦੋਸਤੀ ਦੇ ਮਾਮਲੇ 'ਚ ਉਹਨੇ ਕਿਹਾ ਕਿ ਮੈਨੂੰ ਬੁਖਾਰ ਹੋਇਆ ਸੀਗਾ, ਉਹ ਕਹਿੰਦਾ ਕਿ ਜਾਣਾ ਆਪਾਂ ਰਾਤ ਨੂੰ, ਜਦੋਂ ਆਇਆ ਮੇਰੇ ਕੋਲ। ਤੇ ਮੈਂ ਕਿਹਾ ਮਤਲਬ ਮੈਂ ਠੀਕ ਨਹੀਂ ਆ, ਮੈਂ ਤੇ ਮੇਰੇ ਕੋਲ ਨਹੀਂ ਜਾਇਆ ਜਾਣਾ। ਕਹਿੰਦਾ ਨਹੀਂ ਤੂੰ ਚੱਲ, ਅੱਜ ਲਾਸਟ ਵਾਰ ਜਾਣਾ, ਇਸ ਤੋਂ ਬਾਅਦ 'ਚ ਨਹੀਂ ਜਾਣਾ। ਤੇ ਇਹ ਗੱਲ ਕਹੀ ਹੈ ਹਰਚਰਨ ਨੇ? ਆਂਦਾ ਉਸ ਤੋਂ ਬਾਅਦ 'ਚ ਪੁੱਛਿਆ ਨਹੀਂ ਤੁਸੀਂ ਵੀ ਅੱਜ ਤੋਂ ਬਾਅਦ ਕੀ ਨਹੀਂ, ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਲਾਸਟ ਵਾਰ ਮਿਲ ਜਾਣਾ, ਉਸ ਤੋਂ ਬਾਅਦ 'ਚ ਫਿਰ ਬਾਹਰ ਚਲੇ ਜਾਣਾ ਸੀਗਾ ਆਈਲੈਟਸ ਦੇ ਪੇਪਰ ਦੇ ਕੇ, ਜੇ ਨਿਕਲ ਗਿਆ ਬੈਂਡ। ਉਹਨੇ ਇਹੀ ਗੱਲ ਕਹੀ ਸੀ ਕਿ ਲਾਸਟ ਵਾਰ ਜਾਣਾ ਤੇ ਚਲੇ ਚੱਲ। ਫਿਰ ਉਹ ਇਹ ਵੀ ਕਿਹਾ ਸੀ ਉਹਨੇ ਮੈਨੂੰ ਕਿ ਮੈਨੂੰ ਤਾਂ ਜਾਣਾ ਹੀ ਪੈਣਾ ਵਾ, ਕੁੜੀ ਨੇ ਮੈਨੂੰ ਸਹੁੰ ਦੇ ਦਿੱਤੀ ਆ ਕਿ ਮਿਲਣਾ। ਤੇ ਇਹ ਗੱਲ ਹੁਣ ਉਦੋਂ ਅਸੀਂ ਨਹੀਂ ਸੋਚੀ ਕਿ ਇਹਦਾ ਮਤਲਬ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਉਹਨੇ ਇਹ ਗੱਲ ਕਹੀ ਸੀ। ਤੇ ਉਹ ਤੋਂ ਬਾਅਦ ਚ ਕਿਵੇਂ ਬੈਕਅਪ ਰੱਖਿਆ ਤੁਸੀਂ? ਉਹ ਘਟਨਾ ਹੋ ਜਾਂਦੀ ਹੈ, ਉਹ ਤੋਂ ਬਾਅਦ ਚ ਦੂਜੇ ਦਿਨ ਲੱਭਿਆ ਉੱਥੇ ਜਾ ਕੇ? ਹਾਂਜੀ, ਦੂਜੇ ਦਿਨ ਸਵੇਰੇ ਜੀਜਾ ਜੀ ਆ ਗਏ ਸੀਗੇ, ਵੱਡੇ ਜੀਜਾ ਜੀ ਕੁਲਵਿੰਦਰ ਸਿੰਘ, ਉਹਨਾਂ ਨੂੰ ਸੱਦ ਲਿਆ ਸੀਗਾ ਅਸੀਂ ਲਗਭਗ 6 ਵਜੇ। ਤੇ ਫਿਰ ਅਸੀਂ ਉੱਥੇ ਥੋੜਾ ਚਿਰ, ਮੈਂ ਤੇ ਇਹ ਦੋਨੋਂ ਗਏ ਸੀਗੇ ਬੱਟ ਤੇ, ਉੱਥੇ ਲਾਗੇ ਖਲੋ ਕੇ ਵੇਖਿਆ। ਉੱਥੇ ਹੈ ਹੀ ਜਿੱਥੋਂ ਗਿਆ ਸੀਗਾ, ਉਤਰਿਆ ਸੀ ਉਹ, ਉੱਥੇ ਕੁਝ ਨਹੀਂ ਹੈਗਾ ਸੀਗਾ, ਰਾਹ ਤੋਂ ਸਾਫ਼ ਦਿਖਦਾ ਸੀ। ਉਸ ਤੋਂ ਬਾਅਦ 'ਚ ਫਿਰ ਮੈਂ ਇਹ ਆਪਣੇ ਘਰ ਚਲੇ ਗਿਆ, ਤੇ ਮੈਂ ਤੇ ਜੀਜਾ ਜੀ ਫਿਰ ਇੱਥੇ ਘਰੇ ਆ ਗਏ। ਬਾਅਦ 'ਚ ਫਿਰ ਜੋ ਕਾਰਵਾਈ ਹੋਈ ਹੋਈ। ਤੇ ਉਸ ਤੋਂ ਬਾਅਦ ਜਿਵੇਂ 8 ਤਰੀਕ ਦੀ ਘਟਨਾ, 9 ਤਰੀਕ ਨੂੰ ਡੈੱਡ ਬੋਡੀ ਮਿਲ ਜਾਂਦੀ ਹੈ, ਉਸ ਤੋਂ ਬਾਅਦ ਕੀ ਹੋਇਆ ਅੱਗੇ ਜੀ? ਅੱਗੇ ਜੀ ਫਿਰ ਹੁਣ ਇਹਨਾਂ ਨੇ ਜੀਜਾ ਜੀ ਹੁਣਾਂ ਨੇ ਕੀਤਾ, ਜਿੱਦਾਂ ਕਿ ਉੱਥੇ ਪਹਿਲਾਂ ਜਰਾ ਚੌਂਕੀ ਬੁਲਾਇਆ ਗਿਆ, ਉੱਥੇ ਗਏ, ਉੱਥੇ ਉਹਨਾਂ ਨੇ ਭੇਜ ਦਿੱਤਾ ਕਿ ਆਪਣਾ ਗਜਰੌਲਾ ਥਾਣੇ ਭੇਜ ਦਿੱਤਾ। ਉੱਥੇ ਫਿਰ ਅਸੀਂ ਰਿਪੋਰਟ ਲਿਖਾਈ ਸੀਗੀ, ਆ ਵੀਰ ਜੀ ਹੁਣੀ ਸਾਰੇ ਨਾਲ ਸੀਗੇ। ਤੇ ਅਸੀਂ ਰਿਪੋਰਟ ਲਿਖਾ ਕੇ ਮੈਂ ਆਪਣਾ ਬਿਆਨ ਬੁਨ ਦਿੱਤਾ ਸੀਗਾ, ਇਹੀ ਜਿਹੜਾ ਜੋ ਵੀ ਆ ਸਾਰਾ ਪੁਲਿਸ ਨੂੰ ਆਨਲਾਈਨ ਬਿਆਨ ਲਿਆ ਸੀ ਪੁਲਿਸ ਨੇ। ਉਸ ਤੋਂ ਬਾਅਦ 'ਚ ਫਿਰ ਕਾਲ ਆ ਗਈ ਸੀ ਕਿ ਬੋਡੀ ਮਿਲ ਗਈ ਆ, ਉੱਥੇ ਦੂਜੀ ਸਾਈਡ ਤੇ ਗੰਨੇ 'ਚ ਮਿਲੀ ਆ। ਤੁਸੀਂ ਜਾ ਕੇ ਬੋਡੀ ਆਇਡੈਂਟੀਫਾਈ ਕੀਤੀ ਯਾਰ? ਇਹਨੇ ਆਇਡੈਂਟੀਫਾਈ ਇਹਨੇ ਕੀਤੀ ਸੀਗੀ, ਮੈਂ ਨਹੀਂ ਗਿਆ ਸੀ। ਨਹੀਂ, ਮੈਂ ਨਹੀਂ ਗਿਆ ਜੀ। ਤੁਸੀਂ ਅੱਜ ਵੀ ਐਬਸੈਂਸ ਦੇਖਿਆ ਸੀ, ਸਿਹਤ ਠੀਕ ਹੈ ਜੀ? ਨਹੀਂ ਹਾਂਜੀ, ਫਰਕ ਆ ਥੋੜਾ, ਵੈਸੇ ਬੁਖਾਰ ਉਤਰ, ਕਮਜ਼ੋਰੀ ਬਹੁਤ ਹੈ, ਬੁਖਾਰ ਚੱਲ ਰਿਹਾ। ਤੇ ਉੱਥੇ ਹੀ ਥੋੜੇ ਪਿੰਡ ਵਾਸੀ ਵੀ ਨੇ, ਉਹਨਾਂ ਤੋਂ ਕਿਉਂਕਿ ਕੁਝ ਕੁ ਲੋਕ ਜੋ ਗਲਤ ਕਮੈਂਟ ਕਰਦੇ ਨੇ, ਉਹਨਾਂ ਲਈ ਵੀ ਦੱਸ ਦਈਏ। ਪੁੱਛਣਾ ਚਾਹਾਂਗੇ ਹਰਚਰਨ ਸਿੰਘ ਕਿਸ ਤਰ੍ਹਾਂ ਦਾ ਨੌਜਵਾਨ ਸੀ? ਹਰਚਰਨ ਸਿੰਘ ਤੇ ਨੌਜਵਾਨ ਕੀ ਅੱਛਾ ਪਿੰਡ ਦੇ ਵਾਸੀ ਉਹਨੇ ਪਿੰਡ ਅੱਛਾ ਨਹੀਂ ਚਲੋ, ਜਿਵੇਂ ਏਜ ਡਿਫਰੈਂਸ ਆ, ਇੱਕ ਏਜ ਤੇ ਜਾ ਕੇ ਬੰਦਾ ਜੋ ਤਜਰਬਾ ਦੱਸਦਾ ਵੀ ਕਿਸ ਤਰ੍ਹਾਂ ਦਾ ਸੁਭਾਅ ਸੀ, ਕਿਸ ਤਰ੍ਹਾਂ ਨਹੀਂ, ਉਹਦਾ ਸੁਭਾਅ ਬਹੁਤ ਵਧੀਆ ਸੀ, ਹਰ ਇੱਕ ਨਾਲ ਹੱਸ ਖੇਡ ਕੇ ਮਿਲਦਾ ਹੁੰਦਾ ਸੀ, ਬਹੁਤ ਵਧੀਆ। ਇਹੋ ਜਿਹਾ ਸਾਨੂੰ ਤਾਂ ਕਦੀ ਉਹਦੇ ਵਿੱਚ ਜਾਪੇ ਨਹੀਂ ਵੀ ਇਦਾਂ ਦਾ ਬੰਦਾ ਹੋਊਗਾ। ਬਹੁਤ ਹਸਮੁਖਾ ਸੀ ਤੇ ਹਰ ਇੱਕ ਨਾਲ ਪ੍ਰੇਮੀ ਸੀ ਵਿਚਾਰਾ, ਬਹੁਤ ਜ਼ਿਆਦਾ। ਅੱਜ ਇੱਕ ਹੋਰ ਪੱਖ ਸਾਹਮਣੇ ਆਇਆ, ਜਿਵੇਂ ਭੋਗ ਤੇ ਆਪਾਂ ਦੇਖਿਆ ਇੱਕ ਸੱਜਣ ਆਏ ਸੀਗੇ ਪਟਿਆਲੇ ਤੋਂ, ਉਹਨਾਂ ਨੇ ਦੱਸਿਆ ਕਿ ਗੁਰਮਤੀ ਉਹਨਾਂ ਦੇ ਗਰੁੱਪਸ ਦੇ ਵਿੱਚ ਜੁੜਿਆ ਹੋਇਆ ਸੀਗਾ, ਸਿੱਖ ਧਰਮ ਨਾਲ ਰਿਲੇਟਡ ਜੋ ਮਤਲਬ ਧਾਰਮਿਕ ਗਰੁੱਪ ਨੇ, ਵੀ ਕਾਫੀ ਵਿਚਾਰ ਜਿਨ੍ਹਾਂ ਦੇ ਵਿੱਚ ਕੀਤੇ ਜਾਂਦੇ ਸੀ। ਕਿਉਂਕਿ ਆਮ ਤੌਰ ਤੇ ਅੱਜ ਕੱਲ੍ਹ ਦੇਖਿਆ ਜਾਂਦਾ ਨੌਜਵਾਨ ਜਾਂ ਫਿਲਮੀ ਜਾਂ ਕੋਈ ਇੱਦਾਂ ਟਿਕਟੋਕ ਇੱਦਾਂ ਦੇ ਵਿੱਚ ਲੱਗੇ ਹੋਏ ਨੇ ਜੀ। ਉਹ ਦੇਖੀ ਜਾਈਏ ਜਿੱਦਾਂ ਦੇ ਉਹਨਾਂ ਨੇ ਗੱਲਬਾਤ ਦੱਸੀ ਆ ਵੀ ਧਾਰਮਿਕ ਪੱਖ ਤੋਂ ਜੁੜਿਆ ਹੋਇਆ ਸੀਗਾ, ਵੀ ਉਹ ਕਿੱਦਾਂ ਦੇ, ਤੁਹਾਨੂੰ ਵੀ ਇੱਥੇ ਕੋਈ ਗੱਲਾਂ ਬਾਤਾਂ ਤੋਂ ਕੋਈ ਪਤਾ ਲੱਗਦਾ ਹੋਣਾ ਕਿੱਦਾਂ ਦਾ ਸੁਭਾਅ ਹੈਗਾ? ਨਹੀਂ, ਸੁਭਾਅ ਬਹੁਤ ਵਧੀਆ ਹੈ ਉਹਦਾ, ਹਸਮੁਖਾ ਸੀ, ਮਤਲਬ ਉੱਦਾਂ ਵੀ ਕਿ ਸਾਰਿਆਂ ਨਾਲ ਹੱਸ ਕੇ ਬੋਲਦਾ ਹੁੰਦਾ ਸੀ, ਕੋਈ ਇਹੋ ਜਿਹਾ ਉਹਦੇ ਵਿੱਚ ਹੈ ਹੀ ਨਹੀਂ ਕਿਸੇ ਨਾਲ ਮਤਲਬ ਵੀ ਜਾਂ ਨਾਰਾਜ਼ਗੀ ਜਾਂ ਕਿੱਦਾਂ। ਹਾਂਜੀ, ਬਹੁਤ ਵਧੀਆ ਮੁੰਡਾ ਸੀ ਉਹ। ਤੁਸੀਂ ਦੋਸਤ ਹੋ, ਕਿਉਂਕਿ ਮੇਨ ਜ਼ਿਆਦਾ ਜੋ ਤੁਸੀਂ ਜਾਣਦੇ ਹੋ ਹਨਾ, ਓਨਾ ਉਹ ਨਹੀਂ। ਕੋਈ ਇਦਾਂ ਦਾ ਕੋਈ ਐਪ ਦੇਖਿਆ ਹੋਵੇ ਕਦੇ ਹਰਚਰਨ ਦੇ? ਹਾਂਜੀ, ਨਹੀਂ ਐਪ ਇਹੋ ਜਿਹਾ ਕੁਛ ਨਹੀਂ, ਸਾਊ ਮੁੰਡਾ ਸੀ, ਕੁਛ ਉਹਦੇ ਵਿੱਚ ਗਲਤੀ ਨਹੀਂ ਸੀ। ਹਾਂਜੀ, ਸਾਊ ਮੁੰਡਾ ਸੀ ਉਹ। ਹਾਂਜੀ। ਤੇ ਹੋਰ ਵੀ ਸੱਜਣ ਨੇ ਇਹਨਾਂ ਤੋਂ? ਨਹੀਂ, ਜਲਦੀ ਗਏ ਨੇ ਜੀ, ਮੈਨੂੰ ਉਹੀ ਗੱਲ ਖਟਕ ਰਹੀ ਆ। 8 ਵਜੇ ਚਲੇ ਗਏ ਜੀ? ਹਨੇਰਾ ਜੀ, ਸਟਾਰਟਿੰਗ 8 ਵਜੇ ਤਾਂ ਸੌਂਦੇ ਵੀ ਨਹੀਂ ਹੈਗੇ ਜੀ ਆਮ।
ਹੁਣ ਜੇ ਚੋਰ ਵੀ ਚੋਰੀ ਕਰਨ ਜਾਂਦੇ, ਲੇਟ ਕਿਉਂ ਗਏ? ਜਲਦੀ ਕਿਉਂ ਗਏ ਜੀ? ਕਿਉਂ? ਰਾਤ ਦੇ 9 ਵਜੇ ਦੀ ਗੱਲ ਹੈ। ਹਾਂ, ਆਮ ਤੌਰ ਤੇ ਕੋਈ ਚੋਰ ਵੀ ਚੋਰੀ ਕਰਨ ਜਾਂਦਾ 12 ਤੋਂ 3 ਵਜੇ ਮੇਰਾ ਤੱਕ ਸਵਾਲ ਹੁੰਦੇ। ਉਲਟ ਹੈ ਕਿ 4-5 ਵਜੇ ਜਾਂਦੇ, ਮੰਨ ਲਓ ਦੂਰੋਂ ਵੀ ਹੈਲੋ ਹਾਈ ਕਰਨੀ ਸੀ, ਸ਼ਕਲ ਵਿਖਾਉਣੀ ਸੀ, ਹਨੇਰੇ 'ਚ ਕਿਉਂ ਸ਼ਕਲ ਵਿਖਾਉਣੀ? ਵਿਖਦੀ ਨਹੀਂ ਸੀ। ਤੇ ਲੇਟ ਜਾਣ ਦਾ ਪਰਪਸ ਕੀ ਸੀ? ਦੋਸਤ ਨੇ ਪਤਾ ਹੋਏਗਾ ਜ਼ਰੂਰ। ਹਾਂਜੀ, ਕੋਈ ਖੁਲਾਸਾ ਹੋਇਆ ਹੋਵੇ ਵੀ ਇਹਨੇ, ਨਹੀਂ ਹੁਣ ਕਿਉਂਕਿ ਇਸ ਟਾਈਮ ਨਾ ਇੱਕ ਖਟਕ ਰਿਹਾ ਸਾਰਿਆਂ ਨੂੰ 8 ਵਜੇ ਦਾ ਟਾਈਮ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਆਪਾਂ ਨੂੰ ਨਾ ਫਰੈਂਕ ਹੋਣਾ ਪੈਣਾ ਜੇ ਸੱਚ ਸਾਹਮਣੇ ਲੈ ਕੇ ਆਉਣਾ ਹਨਾ, ਵੀ ਝਿਜਕ ਤੋਂ ਅੱਗੇ ਨਿਕਲ ਕੇ ਇਹ ਗੱਲ ਦੇ ਫਿਰ ਸਾਫ਼ ਹੋਊਗੀ। ਹੁਣ ਤਾਂ ਤੁਹਾਡੇ ਵੀ ਕਿਤੇ ਨਾ ਕਿਤੇ ਦਿਮਾਗ 'ਚ ਖਟਕਦੀ ਹੋਣੀ ਵੀ 8 ਵਜੇ ਦਾ ਟਾਈਮ ਹਾਂਜੀ ਹਨਾ। ਨਹੀਂ ਉਹਨੇ ਇਸ ਗੱਲ ਕਹੀ ਸੀ